बचन साध की बाणी, अमृत बचन साध की बाणी, साध की बाणी, साध की बाणी। अमृत बचन साध की बाणी, जो जो जपै तिस की गत होवे, हर हर नाम नित रसन बखाणी। ਜਦੋਂ ਮਹਾਂਪੁਰਖ ਰੱਬ ਦੇ ਪਿਆਰੇ ਜਿਨ੍ਹਾਂ ਨੇ ਨੌ ਦੁਆਰੇ ਸਾਧ ਸਦਾਇਆ, ਜਿਨ੍ਹਾਂ ਨੇ ਆਪਣੇ ਨੌ ਦੁਆਰਿਆਂ ਨੂੰ ਸਾਧਿਆ ਹੋਇਆ, ਕਾਬੂ ਕੀਤਾ, ਇੰਦਰੀਆਂ ਦਾ ਦਮਨ ਕੀਤਾ ਹੋਇਆ, ਤੇ ਉਹ ਮਹਾਂਪੁਰਖ ਜਦੋਂ ਰੱਬ ਦੇ ਪਿਆਰੇ ਪਰਮੇਸ਼ਰ ਦੇ ਨਾਲ ਜੁੜ ਕੇ ਆਪਣੇ ਦੈਵੀ ਗਲੇ ਦੇ ਵਿੱਚੋਂ ਰੱਬੀ ਬਾਣੀ ਦਾ ਕੀਰਤਨ ਕਰਦੇ ਨੇ, ਸਰਸ਼ਾਰ ਹੋ ਜਾਂਦੀਆਂ ਨੇ ਸੰਗਤਾਂ, ਮਨ ਇੱਕਦਮ ਇਕਾਗਰ ਹੋ ਜਾਂਦਾ, ਜੁੜ ਜਾਂਦਾ। ਆਪ ਜੀ ਜਾਣਦੇ ਹੋ ਜਦੋਂ ਸੰਤ ਜੀ ਮਹਾਰਾਜ ਕੀਰਤਨ ਕਰਦੇ, ਕਿਸੇ ਬੱਚੇ ਦਾ ਵੀ ਸਾਹ ਨਹੀਂ ਸੀ ਸੁਣਿਆ ਕਰਦਾ, ਐਸੀ ਇਕਾਗਰਤਾ ਸਾਰੀ ਸਾਧ ਸੰਗਤ ਦੇ ਵਿੱਚ ਛਾ ਜਾਇਆ ਕਰਦੀ ਸੀ। ਇਉਂ ਸੰਤ ਮਹਾਰਾਜ ਜੀ ਨੇ ਕੀਰਤਨ ਆਰੰਭ ਕੀਤਾ। ਕੀਰਤਨ ਕਰਦੇ ਕਰਦੇ ਜਿਤਨੀ ਕੁ ਸੰਗਤ ਬੈਠੀ ਸੀ, ਹੌਲੀ ਕੁ ਦਿਨੇ ਮਹਾਂਪੁਰਸ਼ ਕਹਿਣ ਲੱਗੇ ਕਿ ਸੰਗਤ ਉੱਠਣ ਲੱਗ ਪਈ, ਤੇ ਅਸੀਂ ਬਾਬਾ ਜਹੇਦਾਰ ਮਹਾਰਾਜ ਕਹਿਣ ਲੱਗੇ ਕਿ ਅਸੀਂ ਮਹਾਰਾਜ ਨੂੰ ਇਸ਼ਾਰਾ ਕੀਤਾ, ਮਹਾਰਾਜ ਹੁਣ ਤੇ ਸਭ ਉੱਠ ਕੇ ਚਲੇ ਗਏ ਨੇ, ਸੰਗਤ ਦੇ ਇੱਕ ਦੋ ਬੰਦੇ ਜਾਂ ਬੀਬੀਆਂ ਰਹਿ ਗਈਆਂ ਨੇ, ਕੀਰਤਨ ਦੀ ਸਮਾਪਤੀ ਕਰ ਦਿਓ। ਕਹਿੰਦੇ ਸੰਤ ਮਹਾਰਾਜ ਜੀ ਨੇ ਬਚਨ ਕੀਤਾ, ਜਹੇਦਾਰਾ ਅਸੀਂ ਕੀਰਤਨ ਲੋਕਾਂ ਲਈ ਨਹੀਂ, ਅਸੀਂ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚਲਾਇਆ ਹੋਇਆ ਜੋ ਮਿਸ਼ਨ ਹੈ, ਜੋ ਮਹਾਰਾਜ ਜੀ ਨੇ ਬਚਨ ਕੀਤਾ ਸੀ ਕਿ ਜਦੋਂ ਕੀਰਤਨ ਕਰਨਾ ਹੈ, ਭਾਵੇਂ ਘੁੱਗ ਵਸਦਾ ਨਗਰ ਹੋਵੇ ਤੇ ਭਾਵੇਂ ਜੰਗਲ ਬੀਆਬਾਨ ਹੋਵੇ, ਭਾਵੇਂ ਸੰਗਤ ਦਾ ਇੱਕ ਬੰਦਾ ਜਾਂ ਦੋ ਬੰਦੇ ਬੈਠੇ ਹੋਣ, ਭਾਵੇਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਬੈਠੇ ਹੋਣ, ਹਰੀ ਦਾ ਕੀਰਤਨ ਜਿਹੜਾ ਹੈ ਉਹ ਭਗਤੀ ਜਾਣ ਕੇ ਕਰਨਾ ਹੈ। ਇਸ ਕਰਕੇ ਜੋ ਜੋ ਵੀ ਉਹਨਾਂ ਨੇ ਬਚਨ ਕੀਤਾ, ਉਹ ਬਚਨ ਦੇ ਉੱਤੇ ਉਹ ਤਾ ਜ਼ਿੰਦਗੀ ਪੂਰੇ ਉਤਰੇ, ਤੇ ਤਾ ਜ਼ਿੰਦਗੀ ਉਹ ਰੱਬੀ ਬਾਣੀ ਦਾ ਕੀਰਤਨ ਕਰਦੇ ਰਹੇ। ਇਉਂ ਕੀਰਤਨ ਦੀ ਆਰੰਭਤਾ ਹੋਈ, ਪਹਿਲਾਂ ਪਿੰਡਾਂ ਦੇ ਵਿੱਚ, ਫਿਰ ਸ਼ਹਿਰਾਂ ਦੇ ਵਿੱਚ ਆਪ ਜੀ ਕੀਰਤਨ ਕਰਨ ਲੱਗ ਪਏ। ਤੋਂ ਫਿਰ ਜਦੋਂ ਸੰਤ ਬਾਬਾ ਮੇਹਾ ਸਿੰਘ ਜੀ ਮਹਾਰਾਜ ਸਿਆੜ ਵਾਲੇ ਇੱਥੇ ਇੰਗਲੈਂਡ ਦੇ ਵਿੱਚ ਆਏ, ਉਹਨਾਂ ਨੇ ਸੰਤ ਮਹਾਰਾਜ ਜੀ ਨੂੰ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਇੰਗਲੈਂਡ ਦੀ ਸੰਗਤ ਨੂੰ ਵੀ ਜਾ ਕੇ ਨਿਹਾਲ ਕਰਨਾ ਕਰੋ। ਸਨ 74 ਦੇ ਵਿੱਚ ਫਿਰ ਆਪ ਜੀ ਇੱਥੋਂ ਦੀਆਂ ਸੰਗਤਾਂ ਜਿਹੜੀਆਂ ਕੇਨੀਆ ਦੇ ਵਿੱਚ ਸੰਤ ਮਹਾਰਾਜ ਜੀ ਦੇ ਦਰਸ਼ਨ ਕਰ ਚੁੱਕੀਆਂ ਸਨ, ਉਹਨਾਂ ਨੇ ਵੀ ਬਹੁਤ ਚਿੱਠੀਆਂ ਸੰਤ ਮਹਾਰਾਜ ਜੀ ਨੂੰ ਪਾਉਣੀਆਂ ਕੀਤੀਆਂ। ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਸਰਦਾਰ ਬਲਵੰਤ ਸਿੰਘ ਜੀ ਪੁੱਟੇ ਵਾਲੇ, ਜਿਨ੍ਹਾਂ ਦੇ ਸਪੁੱਤਰ ਸਰਦਾਰ ਇੰਦਰਜੀਤ ਸਿੰਘ ਜੀ ਦੁਹੇਲੇ ਹਨ, ਇਹਨਾਂ ਵੱਲੋਂ ਵੀ ਸੰਗਤ ਦੇ ਨਾਲ ਰਲ ਕੇ ਬਹੁਤ ਸਾਰੀਆਂ ਸੰਤ ਮਹਾਰਾਜ ਜੀ ਨੂੰ ਬੇਨਤੀਆਂ ਵੀ ਕੀਤੀਆਂ ਗਈਆਂ ਤੇ ਪੱਤਰਕਾਵਾਂ ਵੀ ਲਿਖੀਆਂ ਗਈਆਂ। ਸੰਤ ਮਹਾਰਾਜ ਨੇ ਬਚਨ ਕੀਤਾ ਸੀ ਕਿ ਕੋਈ ਟਾਈਮ ਆਵੇਗਾ, ਤੁਸੀਂ ਜਿੰਨੀ ਮਰਜ਼ੀ ਸੇਵਾ ਕਰਿਓ ਤੇ ਸੰਗਤ ਜੁੜਿਆ ਕਰੇਗੀ। ਇਉਂ ਸੰਤ ਮਹਾਰਾਜ ਜੀ ਦਾ ਉਹੋ ਹੀ ਬਚਨ ਆ ਅੱਜ ਵੀ ਬਰਕਰਾਰ ਹੈ। ਅੱਜ ਵੀ ਸੰਗਤ ਰੂਪ ਦੇ ਵਿੱਚ ਆਪਾਂ ਜੁੜਦੇ ਹਾਂ, ਭਾਵੇਂ ਕਿ ਅੱਜ ਦਾ ਸਮਾਂ ਬੜਾ ਭਿਆਨਕ ਹੈ, ਲੋਕ ਜੁੜ ਕੇ ਇਕੱਠੇ ਬੈਠ ਨਹੀਂ ਸਕਦੇ, ਲੇਕਿਨ ਫਿਰ ਵੀ ਆਪਾਂ ਨੂੰ ਇਉਂ ਹੀ ਮਹਿਸੂਸ ਹੋ ਰਿਹਾ ਹੈ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਆਪਾਂ ਸੰਤ ਮਹਾਰਾਜ ਜੀ ਦੀ ਸਾਲਾਨਾ ਬਰਸ਼ੀ ਮਨਾਉਂਦੇ ਆ ਰਹੇ ਹਾਂ, ਇਸੇ ਤਰ੍ਹਾਂ ਦੇ ਨਾਲ ਅੱਜ ਵੀ ਮਨਾ ਰਹੇ ਹਾਂ। ਆਪ ਜੀ ਨੂੰ ਸਕੱਤਰ ਸਾਹਿਬ ਨੇ ਦੱਸਿਆ ਕਿ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਮਹਾਂਪੁਰਖਾਂ ਨੇ, ਜੋ ਹਮੇਸ਼ਾ ਹੀ ਹਰ ਸਾਲ ਆ ਕੇ ਇੱਥੇ ਹਾਜ਼ਰੀ ਭਰਦੇ ਨੇ, ਆਪਣਾ ਪੂਰਨ ਸਹਿਯੋਗ ਦਿੰਦੇ ਨੇ। ਜਦੋਂ ਵੀ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਇੱਥੇ ਆ ਕੇ ਆਪ ਜੀ ਨਾਲ ਸਹਿਯੋਗ ਦਿੰਦੇ ਨੇ। ਸੋ ਉਹਨਾਂ ਨੇ ਵੀ ਬਚਨ ਕੀਤਾ ਸੀ ਕਿ ਜਿਹੜਾ ਇਹ ਪ੍ਰੋਗਰਾਮ ਹੈ ਇਹ ਕੰਟੀਨਿਊਸ ਚੱਲਦੇ ਰਹਿਣਾ ਚਾਹੀਦਾ ਹੈ। ਇਸ ਕਰਕੇ ਆਪਾਂ ਸੰਤ ਮਹਾਰਾਜ ਵੱਡਿਆਂ ਦੇ ਬਚਨਾਂ ਦੇ ਨਾਲ, ਜੋ ਉਹਨਾਂ ਨੇ ਬਚਨ ਕੀਤਾ ਸੀ ਕਿ ਸੰਗਤ ਦੇ ਮੇਲੇ ਲੱਗਦੇ ਰਹਿਣਗੇ, ਜਿੰਨੀ ਮਰਜ਼ੀ ਸੇਵਾ ਕਰ ਲਿਓ, ਅੱਜ ਉਹੋ ਹੀ ਪ੍ਰੂਫ ਸਾਹਮਣੇ ਹੈ। ਸਾਰਾ ਪਰਿਵਾਰ ਜਿਹੜਾ ਹੈ ਉਹ ਸੇਵਾ ਦੇ ਵਿੱਚ ਲੱਗਿਆ ਹੋਇਆ ਹੈ, ਸੰਗਤ ਸੇਵਾ ਦੇ ਵਿੱਚ ਲੱਗੀ ਹੋਈ ਹੈ। ਇਉਂ ਇੱਥੋਂ ਦੀ ਸੰਗਤ ਦੀ ਬੇਨਤੀ ਮੰਨ ਕੇ ਸੰਤ ਮਹਾਰਾਜ ਜੀ ਨੇ ਸਨ 74 ਦੇ ਵਿੱਚ ਇੱਥੇ ਆ ਕੇ ਜਦੋਂ ਚਰਨ ਪਾਏ, ਆਪ ਜੀ ਨੂੰ ਪਤਾ ਹੈ ਕਿ ਸਿੱਖੀ ਦੀ ਬੜੀ ਘਾਟ ਸੀ ਇੱਥੇ। ਲੋਕ ਜਿਹੜੀ ਪੱਛਮੀ ਸੱਭਿਅਤਾ ਸੀ ਉਹਨੂੰ ਲੋਕ ਅਡਾਪਟ ਕਰ ਚੁੱਕੇ ਸਨ। ਇਸ ਕਰਕੇ ਕਲੀਨ ਸ਼ੇਵ ਹੋਣਾ ਉਹਨਾਂ ਦਾ ਸੁਭਾਅ ਬਣ ਚੁੱਕਿਆ ਸੀ, ਗੁਰਸਿੱਖੀ ਨੂੰ ਤਲਾਂਜਲੀ ਦੇ ਚੁੱਕੇ ਸਨ। ਪਰ ਜਦੋਂ ਸੰਤ ਮਹਾਰਾਜ ਜੀ ਨੇ ਇੱਥੇ ਆ ਕੇ ਆਪਣੇ ਚਰਨ ਪਾਏ, ਸਾਊਥ ਹਾਲ ਦੇ ਵਿੱਚ ਦੀਵਾਨ ਲੱਗੇ, ਵੁਲਵਰਹੈਂਪਟਨ ਦੀਵਾਨ ਲੱਗੇ, ਅਨੇਕਾਂ ਜਗ੍ਹਾ ਜਿਹੜੀਆਂ ਇੱਥੇ ਜਿੱਥੇ ਸੰਤ ਮਹਾਰਾਜ ਜੀ ਨੇ ਦੀਵਾਨ ਲਾਏ, ਇੱਕੋ ਹੀ ਉਦੇਸ਼ ਹੁੰਦਾ ਸੀ ਸੰਤ ਜੀ ਮਹਾਰਾਜ ਦਾ। ਜਿਹੜੇ ਵੀ ਆਪ ਜੀ ਇਲਾਕੇ ਵਿੱਚ ਦੀਵਾਨ ਲਾਉਂਦੇ, ਸੰਗਤ ਨੂੰ ਬੇਨਤੀ ਕਰਿਆ ਕਰਦੇ ਸਨ ਕਿ ਭਾਈ ਅੰਤਲੇ ਸਮੇਂ ਇੱਥੇ ਅੰਮ੍ਰਿਤ ਸੰਚਾਰ ਹੋਏਗਾ, ਔਰ ਸਭ ਜਿਹੜੇ ਗੁਰਸਿੱਖੀ ਨੂੰ ਤਲਾਂਜਲੀ ਦੇ ਚੁੱਕੇ ਨੇ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਝੰਡੇ ਥੱਲੇ ਆ ਜਾਓ। ਸਭ ਨੂੰ ਇਹੋ ਹੀ ਪ੍ਰੇਰਨਾ ਕਰਿਆ ਕਰਦੇ ਸਨ ਕਿ ਪੀਵੋ ਪੌਲ ਖੰਡੇ ਧਾਰ,
होवे जन्म सहेला पीवो पौल खंडे तार होवे जन्म सहेला। पीवो पौल खंडे तार होवे जन्म सहेला पीवो पौल खंडे तार होवे जन्म सहेला पीवो होवे जन्म सहेला होवे जन्म सहेला जन्म सहेला होवे जन्म सहेला। जन्म सहेला जन्म सहेला जन्म सहेला होवे जन्म सहेला जन्म सहेला होवे जन्म सहेला। पीवो पौल खंडे तार होवे जन्म सहेला पौल खंडे तार होवे जन्म सहेला पीवो हर सच्चे तख्त रचाया सत संगत मेला नानक निरभਉ निरंकार विच सिद्धा खेला। गुर सिमर मनाई कालका खंडे दी बेला पीवो पौल खंडे तार होए जन्म सहेला। ऐसी प्रेरणा करके संत जी महाराज जदों इत्थों वापस गए ते फिर इंडिया दे विच जाके आप जी ने दीवान लगाए और जदों 1975 का समा आया ते फिर आप जी ने इंग्लैंड नूं आउण दी तैयारी की क्योंकि जदों संत महाराज जी 74 विच आए सन संगत ने कहा सी महाराज फिर भी आयो फिर भी कृपा करियो। संत महाराज जी ने बचन कर दिता सी कि कोई गल नहीं फिर भी आवांगे ऐसा बचन करके गए सन इत्थे। फिर 1975 ਦੇ ਵਿੱਚ ਜਦੋਂ ਉੱਥੇ ਇੰਡੀਆ ਦੇ ਵਿੱਚ ਬਹੁਤ ਜਗ੍ਹਾ ਤੇ ਦੀਵਾਨ ਲੱਗੇ ਲੁਧਿਆਣੇ ਦੀਵਾਨ ਲੱਗੇ ਤੇ ਉਸ ਵਕਤ ਵੀ ਸੰਤ ਮਹਾਰਾਜ ਜੀ ਬੈਰਾਗਮਈ ਬਚਨ ਕਰ ਰਹੇ ਸਨ ਕਿ ਨਦੀਆਂ ਵਾਹ ਬਿਸ਼ੁੰਨਿਆ ਮੇਲਾ ਸੰਜੋਗੀ ਰਾਮ जुग जुग मीठा विस्परे को जाने जोगी राम कोई सहज जाने हर पछाणै सतगुरु जिन चेतिया बिन नाम हर के भरम भुले पचहै मुग्ध अचेतिया। ऐसे बचन संत जी महाराज करया करते सन अपने आखिरी दीवाना दे विच। फिर दभलान जदों संत जी महाराज ने दीवान लगाया उत्थे भी आप जी ने ऐसे ही बचन किए सन कि हुण ते कुंजां अपने देश नूं जाण गियां। ऐसे बचन किए ते राड़ा साहब भी आप जी ने बैसाखी वाले दिन जदों आखिरी दीवान लगाया तो उस वक्त भी आप जी ने यह धारणा पढ़ी सी जो साध संगत दे विच सारे ही महापुरुष धारणा पढ़ के वो अंतला समा याद कराउंदे ने। कदे होणगे सबबां नाल मेले नदियां दे वैण बिछड़े कदे होणगे सबबां नाल मेले नदियां दे वैण बिछड़े। कदे होणगे सबबां नाल हाँ सबबां नाल मेल नदियां दे नैण बिछड़े होणगे सबबां नाल नदियां दे नैण बिछड़े। सोयों बचन करके आप जी दिल्ली आए ते दिल्ली तो जदों आप जी रवानगी लैण लगे ते उत्थे भी साध संगत ने बहुत बेनतियां कीतियां महाराज जी कृपा करो छेती वापस आयो।
ਸੰਤ ਮਹਾਰਾਜ ਜੀ ਨੇ ਉੱਥੇ ਸੰਗਤ ਨੂੰ ਬਚਨ ਕੀਤਾ ਸੀ ਕਿ ਸੰਗਤ ਜੀ ਤੁਸੀਂ ਸਾਨੂੰ ਕੀ ਸਮਝਦੇ ਹੋ। ਫਿਰ ਆਪ ਹੀ ਜਵਾਬ ਦੇ ਕੇ ਕਹਿਣ ਲੱਗੇ ਕਿ ਜੋ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਦੇ ਨੇ ਉਹ ਸਰੀਰ ਰੂਪ ਨਹੀਂ ਹੋਇਆ ਕਰਦੇ, ਉਹ ਤੇ ਸ਼ਬਦ ਰੂਪ ਹੋਇਆ ਕਰਦੇ ਨੇ। ਕਿਉਂਕਿ ਬ੍ਰਹਮ ਗਿਆਨੀ ਅਕਾਲ ਪੁਰਖ ਦੇ ਵਿੱਚ ਅਭੇਦ ਹੋ ਜਾਂਦਾ ਹੈ। ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ, ਬ੍ਰਹਮ ਹੈ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਦ। ਇਸ ਕਰਕੇ ਉਹ ਅਕਾਲ ਪੁਰਖ ਦੇ ਨਾਲ ਪੂਰਨ ਤੌਰ ਤੇ ਜੁੜ ਕੇ ਸ਼ਬਦ ਨੂੰ ਜਪਦਿਆਂ ਜਪਦਿਆਂ ਸ਼ਬਦ ਰੂਪ ਹੀ ਹੋ ਜਾਇਆ ਕਰਦੇ ਨੇ। ਇਸ ਕਰਕੇ ਮਹਾਂਪੁਰਖ ਕਹਿਣ ਲੱਗੇ ਕਿ ਅਸੀਂ ਤੇ ਸ਼ਬਦ ਰੂਪ ਹਾਂ, ਜਿੱਥੇ ਸਾਨੂੰ ਇਰਾਦੋਗੇ ਅਸੀਂ ਉੱਥੇ ਹੀ ਹਾਜ਼ਰ ਹੋਵਾਂਗੇ। ਐਸਾ ਬਚਨ ਸੰਤ ਜੀ ਮਹਾਰਾਜ ਨੇ ਉੱਥੋਂ ਤੁਰਨ ਲੱਗਿਆ ਕਰਨਾ ਕੀਤਾ ਸੀ। ਭਾਵੇਂ ਕਿ ਸੰਗਤ ਨੇ ਬਹੁਤ ਘਗਿਆ ਕੇ ਬੇਨਤੀਆਂ ਕੀਤੀਆਂ ਕਿ ਮਹਾਰਾਜ ਜੀ ਕਿਰਪਾ ਕਰਕੇ ਛੇਤੀ ਆਇਓ। ਸੋ ਮਹਾਰਾਜ ਜੀ ਨੇ ਫਿਰ ਉੱਥੇ ਵੀ ਬਚਨ ਕੀਤਾ ਸੀ ਕਿ ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਜੁਗ ਜੁਗ ਮੀਠਾ ਬਿਸ ਭਰੇ ਕੋ ਜਾਣੈ ਜੋਗੀ ਰਾਮ। ਜਿਵੇਂ ਦਵਲਾਨ ਦੇ ਵਿੱਚ ਵੀ ਬਚਨ ਆਪ ਜੀ ਕਰਦੇ ਰਹੇ ਕਿ ਨੌਬਤ ਆਪਣੀ ਦਿਨ ਦਸ ਲਿਹੋ ਬਜਾਏ, ਨਦੀ ਨਾਬ ਸੰਜੋਗ ਜਿਉ ਬਹੁਰ ਨਾ ਮਿਲਿਆ ਆਏ। ਉਹ ਜਿਤਨੇ ਵੀ ਦੀਵਾਨ ਇੰਡੀਆ ਵਿੱਚ ਆਪ ਜੀ ਦੇ ਆਖਰੀ ਲੱਗੇ ਤੇ ਉੱਥੇ ਆਪ ਜੀ ਇਹੋ ਹੀ ਬਚਨ ਕਰਦੇ ਰਹੇ। ਸੋ ਇੱਥੇ ਆਏ, ਇੱਥੇ ਆ ਕੇ ਆਪ ਜੀ ਨੇ ਬਹੁਤ ਸਾਰੇ ਦੀਵਾਨ ਲਗਾਏ। ਸੋ ਜਦੋਂ ਆਪ ਜੀ ਅੰਤਲਾ ਸਮਾਂ ਆਪ ਜੀ ਦਾ ਆਇਆ ਤੇ ਸੰਗਤ ਵੱਲ ਬਹੁਤ ਇਸ਼ਾਰੇ ਕਰਦੇ ਰਹੇ, ਜੋ ਆਪ ਜੀ ਮਹਾਂਪੁਰਖਾਂ ਦੇ ਪਾਸੋਂ ਸੁਣਦੇ ਹੋ ਕਿ ਜੇ ਇੱਥੇ ਕੋਈ ਸਰੀਰ ਪਰਿਤਿਆਗ ਕਰ ਜਾਵੇ ਤੇ ਉਹਦੀ ਬੋਡੀ ਕਿਵੇਂ ਇੰਡੀਆ ਲਿਜਾਈ ਜਾਂਦੀ ਹੈ। ਸੋ ਕੁਝ ਕੁ ਪ੍ਰੇਮੀ ਬੈਰਾਗ ਦੇ ਵਿੱਚ ਆਏ ਤੇ ਸਮਝ ਗਏ ਸਨ, ਲੇਕਿਨ ਕੁਝ ਕੁ ਪ੍ਰੇਮੀ ਜਿਹੜੇ ਉਹ ਦੱਸਦੇ ਮਹਾਂਪੁਰਸ਼ਾਂ ਨੂੰ ਕਿ ਇਸ ਤਰ੍ਹਾਂ ਦੇ ਨਾਲ ਬੋਡੀ ਜਿਹੜੀ ਆ ਉਹ ਇੰਡੀਆ ਦੇ ਵਿੱਚ ਲਿਜਾ ਸਕਦੇ ਹਾਂ। ਐਸੇ ਬਚਨ ਕਈ ਦਿਨ ਪਹਿਲਾਂ ਹੀ ਕਰਨ ਲੱਗ ਪਏ ਸਨ, ਬੈਰਾਗਮਈ ਬਚਨ। ਤੋਂ ਕੀਰਤਨ ਵੀ ਕਰਦੇ, ਕੀਰਤਨ ਦੇ ਵਿੱਚ ਵੀ ਆਪ ਜੀ ਬਹੁਤ ਬੈਰਾਗਮਈ ਧਾਰਨਾ ਪੜਿਆ ਕਰਦੇ ਸਨ। ਇਉਂ ਸਮਾਂ ਬੀਤਦਾ ਗਿਆ। ਉਹ ਵੀ ਸਮਾਂ ਆ ਗਿਆ ਜਦੋਂ ਸੰਤ ਜੀ ਮਹਾਰਾਜ ਸਰਦਾਰ ਸੁਦਾਗਰ ਸਿੰਘ ਜੀ ਰੂਮੀ ਉਹਨਾਂ ਦੇ ਗ੍ਰਹਿ ਵਿਖੇ ਆਖਰੀ ਦੀਵਾਨ ਆਪ ਜੀ ਨੇ ਲਾਉਣਾ ਕੀਤਾ। ਬੁਲਬੁਲ ਹੈਪਟਨ ਤੇ ਬਚਨ ਕਰਨੇ ਕੀਤੇ, ਭਾਈ ਇਹ ਹੁਣ ਗੱਡੀ ਜਿਹੜੀ ਹੈ ਇਹ ਪੁਰਾਣੀ ਹੋ ਗਈ ਹੈ। ਐਸਾ ਬਚਨ ਕਰਕੇ ਆਪ ਜੀ ਨੇ ਕਈ ਬੈਰਾਗਮਈ ਸ਼ਬਦ ਵੀ ਪੜ੍ਹਨੇ ਕੀਤੇ। ਸੋ ਸੰਤ ਮਹਾਰਾਜ ਜੀ ਨੇ ਇਉਂ ਵੀ ਸ਼ਬਦ ਪੜ੍ਹਨਾ ਕੀਤਾ ਕਿ ਹੋ ਗਿਆ ਪੁਰਾਣਾ ਚੋਲਾ ਦਿਨ ਤਾਂ ਥੋੜੇ ਰਹਿ ਗਏ, ਹੋ ਗਿਆ ਪੁਰਾਣਾ ਚੋਲਾ ਦਿਨ ਤਾਂ ਥੋੜੇ ਰਹਿ ਗਏ, ਹੋ ਗਿਆ ਪੁਰਾਣਾ, ਹੋ ਗਿਆ ਪੁਰਾਣਾ ਚੋਲਾ ਦਿਨ ਤਾਂ ਥੋੜੇ ਰਹਿ ਗਏ, ਹੋ ਗਿਆ ਪੁਰਾਣਾ ਚੋਲਾ ਦਿਨ ਤਾਂ, ਹੋ ਗਿਆ ਪੁਰਾਣਾ। ਤਨ ਜੋਬਨੇ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ ਪੱਬਣ ਕੇਰੇ ਪਤ ਜਿਉ ਢਲ ਢੁਲ ਜੰਮਣ ਹਾਰ ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਾ ਹੁੱਲਾ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ, ਹੰਪੀ ਬੰਜਾ ਡੂਮਣੀ ਰੋਮਾ ਝੀਣੀ ਬਾਣ, ਕੀ ਨਾ ਸੁਣੇ ਹੀ ਗੋਰੀ ਆਪਣ ਕੰਨੀ ਸੋਏ ਲੱਗੀ ਆਵੇ ਸਹੁਰੈ ਨਿਤ ਨਾ ਪਈਐ ਹੋਏ, ਨਾਨਕ ਸੁੱਤੀ ਪਈਐ ਜਾਣ ਬਿਰਤੀ ਸੰਨ ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਬੰਨ। ਇਸ ਕਰਕੇ ਐਸੇ ਬੈਰਾਗਮਈ ਆਪ ਜੀ ਬਚਨ ਕਰਦੇ ਰਹੇ। ਸੰਤ ਬਾਬਾ ਭਗਵਾਨ ਸਿੰਘ ਜੀ ਮਹਾਂਪੁਰਖਾਂ ਨੇ ਥੋੜੇ ਦਿਨ ਪਹਿਲਾਂ ਸਰੀਰ ਛੱਡਿਆ ਸੀ। ਤਾਰ ਆਈ ਤੇ ਕਹਿਣ ਲੱਗੇ ਕਿ ਸੰਤ ਜੀ ਕਾਹਲੀ ਕਰ ਗਏ, ਜਾਣਾ ਤੇ ਪਹਿਲਾਂ ਅਸੀਂ ਸੀ ਪਰ ਉਹ ਪਹਿਲਾਂ ਚਲੇ ਗਏ। ਐਸਾ ਬੈਰਾਗਮਈ ਬਚਨ ਕਰਕੇ ਵੀ ਆਪ ਜੀ ਨੇ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਧਿਆਨ ਜੋੜਿਆ ਔਰ ਸੰਗਤ ਨੂੰ ਸਤ ਉਪਦੇਸ਼ ਕਰਦੇ ਰਹੇ। ਆਖਰੀ ਦੀਵਾਨ ਦੇ ਵਿੱਚ ਇਹ ਬਚਨ ਕਰ ਦਿੱਤਾ, ਸਾਧ ਸੰਗਤ ਜੀ ਤੁਹਾਡਾ ਇੱਕ ਦੀਵਾਨ ਰਹਿ ਗਿਆ, ਭਾਵ ਕਿ ਇੱਕ ਦੀਵਾਨ ਨਹੀਂ ਲੱਗਣਾ, ਇੱਕ ਦੀਵਾਨ ਆਪ ਜੀ ਦਾ ਰਹਿ ਗਿਆ। ਐਸੇ ਬਚਨ ਕੀਤੇ, ਧਾਰਨਾਵਾਂ ਵੀ ਪੜੀਆਂ। ਸਮਾਂ ਸੀਮਿਤ ਹੈ, ਇਸ ਕਰਕੇ ਆਪਾਂ ਟੂਕ ਮਾਤਰ ਹੀ ਵਿਚਾਰ ਕਰ ਰਹੇ ਹਾਂ। ਸੋ ਉਹ ਵੀ ਟਾਈਮ ਆ ਗਿਆ ਜਦੋਂ ਆਪ ਜੀ ਨੇ ਆਪਣੇ ਸੱਚਖੰਡ ਦੇਸ਼ ਨੂੰ ਜਾਣਾ ਸੀ। ਸੋ ਸੰਗਤ ਬਹੁਤ ਬੈਰਾਗਮਈ ਅਵਸਥਾ ਦੇ ਵਿੱਚ ਸੀ, ਕਿਉਂਕਿ ਸਰਦਾਰ ਪ੍ਰੀਤਮ ਸਿੰਘ ਜੀ ਨੂੰ ਆਪ ਜੀ ਨੇ ਬਚਨ ਇਹ ਵੀ ਕਰ ਦਿੱਤਾ ਸੀ ਕਿ ਤੁਸੀਂ ਆਪਣੇ ਦੇਸ਼ ਨੂੰ ਜਾਓ, ਅਸੀਂ ਆਪਣੇ ਦੇਸ਼ ਨੂੰ ਜਾਵਾਂਗੇ। ਪਤਾ ਤੇ ਸੰਗਤ ਨੂੰ ਲੱਗ ਗਿਆ ਸੀ। ਸੋ ਜਥੇਦਾਰ ਬਾਬਾ ਮਹਿੰਦਰ ਸਿੰਘ ਮਹਾਰਾਜ ਜੀ ਵੀ ਆਪਣੇ ਦੀਵਾਨ ਦੇ ਵਿੱਚ ਇੱਕ ਬਚਨ ਸੁਣਾਉਂਦੇ ਨੇ। ਕਹਿੰਦੇ ਕਈ ਦਿਨ ਪਹਿਲਾਂ ਹੀ ਇਸ਼ਾਰੇ ਕਰਨ ਲੱਗ ਪਏ ਸਨ ਤੇ ਮੈਂ ਸੋਚਦਾ ਸੀ ਕਿ ਕੱਲ ਨੂੰ ਮੈਂ ਮਹਾਰਾਜ ਜੀ ਨੂੰ ਇਹ ਬੇਨਤੀ ਕਰ ਹੀ ਦੇਣੀ ਆ ਕਿ ਮਹਾਰਾਜ ਜੀ ਇੰਡੀਆ ਚੱਲੀਏ।
ਸੋ ਸੰਤ ਮਹਾਰਾਜ ਜੀ ਨੇ ਉਹਨਾਂ ਦੇ ਦਿਲ ਦੀ ਗੱਲ ਪਹਿਲਾਂ ਹੀ ਜਾਣ ਲਈ, ਕਿਉਂਕਿ ਬਚਨ ਕਿਤੇ ਕਿਤੇ ਸੁਣਨ ਨੂੰ ਮਿਲਦੇ ਨੇ ਉਹਨਾਂ ਮਹਾਂਪੁਰਖਾਂ ਬ੍ਰਹਮ ਗਿਆਨੀਆਂ ਤੋਂ ਜਿਹੜੇ ਉਸ ਟਾਈਮ ਦੇ ਬਚਨ ਹੋਏ ਸਨ। ਜੈਦਾਰ ਮਹਾਰਾਜ ਕਹਿਣ ਲੱਗੇ ਕਿ ਮੇਰਾ ਫੁਰਨਾ ਇਹ ਸੀ ਕਿ ਆਪਾਂ ਇੱਕ ਵਾਰੀ ਇੰਡੀਆ ਚਲੇ ਚਲੀਏ, ਸੰਤ ਮਹਾਰਾਜ ਜੀ ਨੂੰ ਸੱਚਖੰਡ ਅਜੇ ਜਾਣ ਨਹੀਂ ਦੇਣਾ। ਜਿਵੇਂ ਬਾਬਾ ਕਰਮ ਸਿੰਘ ਮਹਾਰਾਜ ਜੀ ਦੀ ਜਗ੍ਹਾ ਬਾਬਾ ਲਾਲ ਸਿੰਘ ਜੀ ਚਲੇ ਗਏ ਸਨ, ਸੋ ਆਪਾਂ ਵੀ ਇਹ ਬੇਨਤੀ ਕਰਾਂਗੇ ਸੰਤ ਮਹਾਰਾਜ ਜੀ ਨੂੰ ਵੀ ਛੋਟੇ ਮਹਾਰਾਜ ਜੀ ਚਲੇ ਜਾਣ ਸੱਚਖੰਡ, ਆਪ ਜੀ ਅਜੇ ਹੋਰ ਸੰਗਤ ਦਾ ਭਲਾ ਕਰੋ। ਇਹ ਮਨ ਵਿੱਚ ਫੁਰਨਾ ਉਹਨਾਂ ਨੇ ਕੀਤਾ ਤੇ ਮਨ ਵਿੱਚ ਫੁਰਨਾ ਕਰਕੇ ਜਦੋਂ ਸੰਤ ਮਹਾਰਾਜ ਜੀ ਦੇ ਕੋਲ ਗਏ ਤੇ ਉਸ ਵਕਤ ਮਹਾਰਾਜ ਜੀ ਨੇ ਪਹਿਲਾਂ ਹੀ ਕਹਿ ਦਿੱਤਾ, ਕਹਿੰਦੇ ਜਥੇਦਾਰਾ ਮੈਨੂੰ ਪਤਾ ਤੂੰ ਕੀ ਸੋਚਦਾ ਹੈ। ਕਹਿੰਦੇ ਮਹਾਰਾਜ ਆਪ ਜੀ ਤਾਂ ਜਾਣਦੇ ਹੋ। ਸੋਚਦੇ ਹੋਈ ਸੀ ਵੀ ਇੱਕ ਵਾਰ ਇੰਡੀਆ ਸੰਤ ਮਹਾਰਾਜ ਜੀ ਚਲੇ ਜਾਣ ਤੇ ਫਿਰ ਉੱਥੇ ਜਾ ਕੇ ਜੋ ਵੀ ਭਾਣਾ ਵਰਤਾਉਣਾ ਉਹ ਵਰਤਾ ਲੈਣ, ਇੱਥੇ ਨਾ ਜਾਣ ਸਾਨੂੰ ਕੱਲਿਆਂ ਨੂੰ ਛੱਡ ਕੇ, ਕਿਉਂਕਿ ਪ੍ਰਦੇਸ਼ਾਂ ਦੇ ਵਿੱਚ ਬੜਾ ਔਖਾ ਹੋਏਗਾ ਜਦੋਂ ਸੰਤ ਮਹਾਰਾਜ ਜੀ ਸਾਨੂੰ ਇੱਥੇ ਛੱਡ ਕੇ ਜਾਣਗੇ। ਇਉਂ ਸੋਚ ਕੇ ਮਹਾਂਪੁਰਖਾਂ ਨੇ ਬਚਨ ਕੀਤਾ ਸੀ, ਪਰ ਉਹ ਟਾਲੀ ਨੂੰ ਟਾਲਦੇ ਨਹੀਂ ਹੁੰਦੇ, ਕਿਉਂਕਿ ਮਹਾਂਪੁਰਸ਼ ਤਾਂ ਰੱਬ ਦੇ ਭਾਣੇ ਵਿੱਚ ਹੁੰਦੇ ਨੇ, ਉਹ ਕਦੇ ਵੀ ਅਕਾਲ ਪੁਰਖ ਦੇ ਭਾਣੇ ਨੂੰ ਟਾਲਦੇ ਨਹੀਂ। ਫਿਰ ਜਿੰਨੀ ਲਿਖੀ ਹੈ ਉਨੀ ਮਹਾਂਪੁਰਖ ਸਰੀਰ ਦੀ ਪ੍ਰਲਬਧ ਭੋਗਦੇ ਨੇ। ਮਹਾਰਾਜ ਜੀ ਆਪ ਬਚਨ ਕਰਿਆ ਕਰਦੇ ਸਨ ਕਿ ਜਿਨ੍ਹਾਂ ਦਾ ਕਾਰਜ ਭਾਈ ਸਿੱਧ ਹੋ ਗਿਆ ਭੱਠੀ ਉੱਤੇ, ਜਿਨ੍ਹਾਂ ਦੇ ਦਾਣੇ ਭੁੱਜ ਹੋ ਗਏ, ਉਹਨਾਂ ਨੇ ਫਿਰ ਭੱਠੀ ਤੇ ਕਾਹਦੇ ਲਈ ਬੈਠਣਾ, ਆਪਣਾ ਉੱਠ ਕੇ ਜਾਵੇ। ਜਿਹਦਾ ਮਨੁੱਖਾ ਦੇਹ ਰੂਪੀ ਕਾਰਜ ਸਿੱਧੀ ਹੋ ਗਿਆ, ਪ੍ਰਭੂ ਮਿਲਾਪ ਹੀ ਹੋ ਗਿਆ, ਜਿਹੜੇ ਅਕਾਲ ਪੁਰਖ ਦੇ ਵਿੱਚ ਮਿਲ ਹੀ ਗਏ ਨੇ, ਤੇ ਉਹਨਾਂ ਨੂੰ ਫਿਰ ਇੱਥੇ ਬੈਠਣ ਦੀ ਕੀ ਲੋੜ ਹੈ। ਨਾਲੇ ਮਹਾਂਪੁਰਖ ਰੱਬ ਦੇ ਪਿਆਰੇ ਜਿਹੜੇ ਉਹ ਮੌਤ ਤੋਂ ਤੇ ਡਰਦੇ ਹੀ ਨਹੀਂ, ਉਹ ਤੇ ਮੌਤ ਨੂੰ ਆਨੰਦਮਈ ਜੀਵਨ ਸਮਝਦੇ ਹਨ। ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਉਹਨਾਂ ਨੇ ਤੇ ਪੂਰਨ ਪਰਮਾਨੰਦ ਦੀ ਪ੍ਰਾਪਤੀ ਕਰਨੀ ਹੁੰਦੀ ਹੈ। ਜਹੇਦਾਰ ਮਹਾਰਾਜ ਨੂੰ ਇਹ ਵੀ ਬਚਨ ਕੀਤਾ ਸੀ ਮਹਾਰਾਜ ਜੀ ਨੇ ਕਿ ਜਹੇਦਾਰਾ ਹੁਣ ਬਹੁਤ ਸੇਵਾ ਕਰ ਲਈ, ਹੁਣ ਥੱਕ ਗਿਆ ਸਰੀਰ, ਹੁਣ ਜਾ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਆਰਾਮ ਕਰਾਂਗੇ। ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਫਿਰ ਦੁਬਾਰਾ ਸੰਸਾਰ ਦੇ ਵਿੱਚ ਆ ਜਾਵਾਂਗੇ, ਕਿਉਂਕਿ ਉਹ ਤੇ ਸਭ ਕੁਝ ਜਾਣਦੇ ਹੁੰਦੇ ਨੇ, ਭੇਜੇ ਹੋਏ ਆਉਂਦੇ ਨੇ। ਤੇ ਜਦੋਂ ਹੁਕਮ ਆ ਜਾਂਦਾ, ਸੱਦਾ ਆ ਜਾਂਦਾ, ਆਈ ਆਗਿਆ ਪਿਰਹੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਸਰੀਰ ਰੂਪੀ ਇਸਤਰੀ ਜਿਹੜੀ ਹੈ, ਜੀਵ ਰੂਪੀ ਕੰਤ ਜਿਹੜਾ ਇਹਦੇ ਵਿੱਚ ਰਹਿੰਦਾ ਹੈ, ਉਹਦੇ ਨਾਲ ਫਿਰ ਕੋਈ ਮਤਾ ਨਹੀਂ ਪਕਾਉਂਦੇ। ਜਦੋਂ ਅਕਾਲ ਪੁਰਖ ਦਾ ਹੁਕਮ ਆ ਜਾਏ, ਆਈ ਆਗਿਆ ਪਿਰਹੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਊਠ ਸੁਧਾਇਓ ਛੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਉਹ ਫਿਰ ਪੁੱਛਦੇ ਨਹੀਂ ਕਿਸੇ ਨੂੰ, ਉਹ ਫਿਰ ਅਕਾਲ ਪੁਰਖ ਦੀ ਆਗਿਆ ਦੇ ਵਿੱਚ ਰਹਿ ਕੇ ਤੇ ਉਸ ਅਕਾਲ ਪੁਰਖ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜਾ ਬਰਾਜਦੇ ਨੇ। ਉਹ ਵੀ ਜਦੋਂ ਸਮਾਂ ਆਇਆ ਤੇ ਸੰਤ ਮਹਾਰਾਜ ਜੀ ਅੰਮ੍ਰਿਤ ਵੇਲੇ ਉੱਠੇ, ਅੰਮ੍ਰਿਤ ਵੇਲੇ ਦਾ ਨਿਤਨੇਮ ਕੀਤਾ। ਨਿਤਨੇਮ ਕਰਨ ਤੋਂ ਬਾਅਦ ਆਪ ਜੀ ਸਮਾਧ ਸਥਿਤ ਹੋਏ। ਪਹਿਲੇ ਤੇ ਆਪ ਜੀ ਆਪਣੀ ਅੰਦਰੋਂ ਕੁੰਡੀ ਬੰਦ ਕਰ ਲਿਆ ਕਰਦੇ ਸਨ ਜਦੋਂ ਸਵੇਰ ਦਾ ਨਿਤਨੇਮ ਸਮਾਧ ਸਥਿਤ ਹੁੰਦੇ, ਕਿਉਂਕਿ ਸਮਸ਼ਟੀ ਵਿਅਸ਼ਟੀ ਅਸਥੂਲ ਕਾਰਨ ਪ੍ਰਪੰਚ ਤੋਂ ਸੁਰਤ ਨੂੰ ਉੱਚਿਆਂ ਚੁੱਕ ਕੇ ਮਹਾਂਪੁਰਖ ਜਿੱਥੇ ਦਿਨਸਨਾ ਰਹਿਣ ਵੇਦ ਨਹੀਂ ਸ਼ਾਸਤਰ, ਤਹਾਂ ਵਸੈ ਨਿਰੰਕਾਰਾ, ਕਉ ਕਬੀਰ ਨਰ ਤਿਸੈ ਧਿਆਵੋ, ਬਾਵਰਿਆ ਸੰਸਾਰਾ, ਉੱਥੇ ਜਾ ਬਰਾਜਦੇ ਨੇ। ਉਹਦੇ ਸੁਰਤ ਉੱਥੇ ਟਿਕਾ ਕੇ ਆਨੰਦ ਲੈਂਦੇ ਨੇ। ਜਿਤਨੀ ਦੇਰ ਆਨੰਦ ਲੈਣਾ ਹੁੰਦਾ ਆਨੰਦ ਲੈਂਦੇ ਨੇ ਤੇ ਦੁਬਾਰਾ ਫਿਰ ਸਰੀਰ ਦੇ ਵਿੱਚ ਆ ਜਾਂਦੇ ਨੇ। ਕਿਉਂਕਿ ਸੰਤ ਮਹਾਰਾਜ ਜੀ ਲਿਖਦੇ ਨੇ ਕਿ ਇਹ ਜੋਗੀ ਜਿਹੜਾ 9ਵੀਂ ਭੂਮਿਕਾ ਦੇ ਵਿੱਚ ਜਾ ਕੇ ਵੀ, ਪਰ ਜਿਹੜਾ ਜੋਗੀ ਜਦੋਂ 9ਵੀਂ ਭੂਮਿਕਾ ਦੇ ਵਿੱਚ ਚਲੇ ਜਾਵੇ ਉਹ ਸਰੀਰ ਵਿੱਚ ਵਾਪਸ ਆਉਂਦਾ ਨਹੀਂ ਹੁੰਦਾ। ਲੇਕਿਨ ਮਹਾਰਾਜ ਜੀ ਨੇ ਬਚਨ ਲਿਖਿਆ ਕਿ ਇਹ ਜੋਗੀ 9ਵੀਂ ਭੂਮਿਕਾ ਦੇ ਵਿੱਚ ਜਾ ਕੇ ਵੀ ਦੁਬਾਰਾ ਫਿਰ ਸਰੀਰ ਦੇ ਵਿੱਚ ਜਦੋਂ ਜੀ ਕਰਦਾ ਉਦੋਂ ਆ ਜਾਂਦਾ ਹੈ। ਇਸੇ ਤਰ੍ਹਾਂ ਦੇ ਨਾਲ ਉਹ ਆਨੰਦ ਲੈਂਦੇ ਨੇ, ਸਮਾਧ ਸਥਿਤ ਹੁੰਦੇ ਨੇ। ਜਦੋਂ ਉਹਨਾਂ ਦਾ ਮਨ ਕਰੇ ਫਿਰ ਆਪਣੀ ਸੁਰਤ ਨੂੰ ਉਤਾਰ ਲੈਂਦੇ ਨੇ, ਸੰਗਤ ਦੇ ਭਲੇ ਵਾਸਤੇ ਸਰੀਰ ਦੇ ਵਿੱਚ ਆ ਜਾਂਦੇ ਨੇ। ਇਉਂ ਹੀ ਸੰਤ ਜੀ ਮਹਾਰਾਜ ਨੇ ਉਸ ਦਿਨ ਜਦੋਂ ਸਮਾਧ ਸਥਿਤ ਹੋਣ ਲੱਗੇ ਤੇ ਆਪਣੀ ਜਿਹੜੀ ਕੁੰਡੀ ਹੈ ਉਹ ਖੁੱਲੀ ਛੱਡ ਦਿੱਤੀ, ਕਿਉਂਕਿ ਜਹੇਦਾਰ ਬਾਬਾ ਜੀ ਤੋਂ ਇਲਾਵਾ ਹੋਰ ਜਿਹੜੇ ਗੁਰਮੁਖ ਸਨ ਉਹ ਦੂਸਰੀ ਜਗ੍ਹਾ ਜਿੱਥੇ ਬੋਲਸਲ ਦੀਵਾਨ ਲੱਗਣੇ ਸਨ ਉਹ ਜਗ੍ਹਾ ਦੇਖਣ ਦੇ ਵਾਸਤੇ ਸਵੇਰ ਦੇ ਗਏ ਹੋਏ ਸਨ। ਹੋਰ ਤੇ ਕੁੰਡੀ ਕੋਈ ਖੋਲਦਾ ਨਹੀਂ ਸੀ, ਕੋਈ ਖੜਕਾਉਂਦਾ ਨਹੀਂ ਸੀ ਦਰਵਾਜ਼ਾ। ਜਦੋਂ ਸਮਾਂ ਹੋ ਗਿਆ, ਟਾਈਮ ਹੋ ਗਿਆ 9:30 ਵਜੇ ਦਾ ਸਵੇਰੇ, ਤੇ ਫਿਰ ਜਹੇਦਾਰ ਬਾਬਾ ਮਹਿੰਦਰ ਸਿੰਘ ਜੀ ਨਜ਼ਦੀਕ ਗਏ ਤੇ ਉਹਨਾਂ ਨੇ ਕੁੰਡੀ ਦਰਵਾਜ਼ਾ ਹੌਲੀ ਦੇਣੇ ਖੜਕਾਇਆ। ਦਰਵਾਜ਼ਾ ਖੁੱਲਾ ਹੀ ਸੀ। ਜਦੋਂ ਅੰਦਰ ਜਾ ਕੇ ਦੇਖਿਆ ਤੇ ਸੰਤ ਮਹਾਰਾਜ ਜੀ ਸਮਾਧ ਸਥਿਤ ਬੈਠੇ ਨੇ। ਬੈਠਿਆਂ ਬੈਠਿਆਂ ਹੀ ਆਪਣੇ ਸਰੀਰ ਦਾ ਪਰਿਤਿਆਗ ਕਰ ਦਿੱਤਾ। ਉਸ ਟਾਈਮ ਫਿਰ ਸੰਗਤ ਦੀਆਂ ਧਾਹਾਂ ਨਿਕਲੀਆਂ ਜਦੋਂ ਵੁਲਵਰਹੈਂਪਟਨ ਦੇ ਵਿੱਚ ਆਪ ਜੀ ਨੇ ਇਹ ਭਾਣਾ ਵਰਤਾਉਣਾ ਕੀਤਾ। ਵੁਲਵਰਹੈਂਪਟਨ ਸ਼ਹਿਰ ਵਿੱਚੋਂ ਸੱਚਖੰਡ ਤੁਰਿਆ ਜਦ ਮਾਹੀ,
ਦੁੱਖ ਵਿਛੋੜਾ ਸਹਿ ਨਾ ਹੋਇਆ। ਸੰਗਤਾਂ ਰੋਈਆਂ ਤਾਹੀਂ ਬੁਲਬਰ ਹੈ ਪਟਨ ਸ਼ਹਿਰ ਵਿੱਚੋਂ, ਸੱਚਖੰਡ ਤੁਰਿਆ ਜਦ ਮਾਹੀ, ਦੁੱਖ ਵਿਛੋੜਾ ਸਹਿ ਨਾ ਹੋਇਆ। ਸੰਗਤਾਂ ਰੋਈਆਂ ਤਾਹੀਂ ਵਿੱਚ ਇੰਡੀਆ ਦੇ ਕੈਸੀ ਆਏ, ਹੁਣ ਨੀ ਵਾਪਸ ਆਉਣਾ, ਪ੍ਰਭੂ ਮਿਲਣ ਦਾ ਟਾਈਮ ਹੋ ਗਿਆ। ਉਸ ਦਰ ਜਾਏ ਖਲੋਣਾ, ਵਿੱਚ ਇੰਡੀਆ ਦੇ ਕੈਸੀ ਆਏ, ਅਸੀਂ ਨੀ ਵਾਪਸ ਆਉਣਾ, ਪ੍ਰਭੂ ਮਿਲਣ ਦਾ ਟਾਈਮ ਹੋ ਗਿਆ। ਉਸ ਦਰ ਜਾਏ ਖਲੋਣਾ, ਪ੍ਰਭੂ ਮਿਲਣ ਦਾ ਟਾਈਮ ਹੋ ਗਿਆ। ਉਸ ਦਰ ਜਾਏ ਖਲੋਣਾ, ਵਿੱਚ ਇੰਡੀਆ ਦੇ ਕੈਸੀ ਆਏ, ਅਸੀਂ ਨੀ ਵਾਪਸ ਆਉਣਾ, ਪ੍ਰਭੂ ਮਿਲਣ ਦਾ ਟਾਈਮ ਹੋ ਗਿਆ। ਉਸ ਦਰ ਜਾਏ ਖਲੋਣਾ, ਆਈ ਆਗਿਆ ਪਿਰਹੋਂ ਬੁਲਾਇਆ, ਹੋਰ ਨਾ ਮਤਾਪ ਕਾਹੀ, ਦੁੱਖ ਵਿਛੋੜਾ ਸਹਿ ਨਾ ਹੋਇਆ। ਸੰਗਤਾਂ ਰੋਈਆਂ ਤਾਹੀਂ ਬੁਲਬਰ ਹੈ ਪਟਨ ਸ਼ਹਿਰ ਵਿੱਚੋਂ, ਸੱਚਖੰਡ ਤੁਰਿਆ ਜਦ ਮਾਹੀ, ਦੁੱਖ ਵਿਛੋੜਾ ਸਹਿ ਨਾ ਹੋਇਆ। ਸੰਗਤਾਂ ਰੋਈਆਂ ਤਾਹੀਂ ਪ੍ਰਭੂ ਪਿਆਰੇ ਹੁਕਮ ਨਾ ਟਾਲਣ, ਹੁਕਮ ਦੇ ਵਿੱਚ ਹੀ ਚੱਲਦੇ, ਆਗਿਆ ਦੇ ਵਿੱਚ ਰਹਿਣ ਸਦਾ, ਉਹ ਭਾਵੇਂ ਲੱਖ ਦੁੱਖ ਚੱਲਦੇ। ਪ੍ਰਭੂ ਪਿਆਰੇ ਹੁਕਮ ਨਾ ਟਾਲਣ, ਹੁਕਮ ਦੇ ਵਿੱਚ ਹੀ ਚੱਲਦੇ, ਆਗਿਆ ਦੇ ਵਿੱਚ ਰਹਿਣ ਸਦਾ, ਉਹ ਭਾਵੇਂ ਲੱਖ ਦੁੱਖ ਚੱਲਦੇ। ਆਈ ਆਗਿਆ ਤੁਰ ਤੋਂ ਸਾਨੂੰ, ਟਲਦੀ ਨਹੀਂ ਟਲਾਹੀ, ਦੁੱਖ ਵਿਛੋੜਾ ਸਹਿ ਨਾ ਹੋਇਆ। ਸੰਗਤਾਂ ਰੋਈਆਂ ਤਾਹੀਂ ਬੁਲਬਰ ਹੈ ਪਟਨ ਸ਼ਹਿਰ ਵਿੱਚੋਂ, ਸੱਚਖੰਡ ਤੁਰਿਆ ਜਦ ਮਾਹੀ, ਦੁੱਖ ਵਿਛੋੜਾ ਸਹਿ ਨਾ ਹੋਇਆ। ਸੰਗਤਾਂ ਰੋਈਆਂ ਤਾਹੀਂ ਇੱਕ ਪਾਸੇ ਹੈ ਬਸਲ ਪ੍ਰਭੂ ਦਾ, ਦੂਜੀ ਤਰਫ ਵਿਛੋੜਾ। ਇੱਕ ਪਾਸੇ ਹੈ ਬਸਲ ਪ੍ਰਭੂ ਦਾ, ਦੂਜੀ ਤਰਫ ਵਿਛੋੜਾ। ਆਪਣੀ ਸੰਗਤ ਨਾਲੋਂ ਵਿਛੜਨ ਦਾ ਦੁੱਖ ਵੀ ਨਹੀਂ ਥੋੜਾ। ਪ੍ਰਭੂ ਪਿਆਰੇ ਹੁਕਮ ਨਾ ਟਾਲਣ, ਹੁਕਮ ਦੇ ਵਿੱਚ ਹੀ ਚੱਲਦੇ, ਆਗਿਆ ਦੇ ਵਿੱਚ ਰਹਿਣ ਸਦਾ, ਉਹ ਭਾਵੇਂ ਲੱਖ ਦੁੱਖ ਚੱਲਦੇ। ਇੱਕ ਪਾਸੇ ਹੈ ਬਸਲ ਪ੍ਰਭੂ ਦਾ, ਦੂਜੀ ਤਰਫ ਵਿਛੋੜਾ। ਆਪਣੀ ਸੰਗਤ ਨਾਲੋਂ ਵਿਛੜਨ ਦਾ ਦੁੱਖ ਵੀ ਨਹੀਂ ਥੋੜਾ। ਆਪਣੀ ਸੰਗਤ ਨਾਲੋਂ ਵਿਛੜਨ ਦਾ ਦੁੱਖ ਵੀ ਨਹੀਂ ਥੋੜਾ। ਫਿਰ ਵੀ ਪ੍ਰਭੂ ਦੇ ਹੁਕਮਾਂ ਅੱਗੇ ਕਰਦੇ ਨਹੀਂ ਕੁਤਾਹੀ, ਦੁੱਖ ਵਿਛੋੜਾ ਸਹਿ ਨਾ ਹੋਇਆ। ਸੰਗਤਾਂ ਰੋਈਆਂ ਤਾਹੀਂ ਦੁੱਖ ਵਿਛੋੜਾ ਸਹਿ ਨਾ ਹੋਇਆ। ਸੰਗਤਾਂ ਰੋਈਆਂ ਤਾਹੀਂ ਵੱਡਿਆਂ ਦੀ ਜੋ ਰੀਤੀ ਚੱਲਦੀ ਉਸੇ ਨੂੰ ਚਲਾਉਣਾ। ਭਾਈ ਦਇਆ ਸਿੰਘ ਸਾਹਿਬ ਵਾਂਗੂ ਬਿਸਤਰ ਅਸੀਂ ਵਿਛਾਉਣਾ। ਵੱਡਿਆਂ ਦੀ ਜੋ ਰੀਤੀ ਚੱਲਦੀ ਉਸੇ ਨੂੰ ਚਲਾਉਣਾ। ਭਾਈ ਦਇਆ ਸਿੰਘ ਸਾਹਿਬ ਵਾਂਗੂ ਬਿਸਤਰ ਅਸੀਂ ਵਿਛਾਉਣਾ।
ਭਾਈ ਦਇਆ ਸਿੰਘ ਸਾਹਿਬ ਵਾਂਗੂ ਬਿਸਤਰ ਅਸੀਂ ਵਿਛਾਉਣਾ, ਸੱਪ ਕੁੰਜ ਵਾਂਗੂ ਛੱਡ ਜਾਣਾ, ਸੱਪ ਕੁੰਜ ਵਾਂਗੂ ਛੱਡ ਜਾਣਾ, ਫਿਰ ਤੱਕਣਾ ਨਹੀਂ ਨਿਗਾਹੀਂ। ਦੁੱਖ ਵਿਛੋੜਾ ਸਹਿ ਨਾ ਹੋਇਆ, ਸੰਗਤਾਂ ਰੋਈਆਂ ਤਾਹੀਂ। ਦੁੱਖ ਵਿਛੋੜਾ ਸਹਿ ਨਾ ਹੋਇਆ, ਸੰਗਤਾਂ ਰੋਈਆਂ ਤਾਹੀਂ। ਵਿੱਚ ਸਮਾਧੀ ਬੈਠੇ ਬੈਠੇ ਕਰਗੇ ਕੌਤਕ ਭਾਰੀ, ਵਿੱਚ ਸਮਾਧੀ ਬੈਠੇ ਬੈਠੇ ਕਰਗੇ ਕੌਤਕ ਭਾਰੀ। ਜੋਤੀ ਦੇ ਵਿੱਚ ਜੋਤ ਮਿਲ ਗਈ, ਸੰਗਤ ਵੇਖੇ ਸਾਰੀ। ਜੋਤੀ ਦੇ ਵਿੱਚ ਜੋਤ ਮਿਲ ਗਈ, ਸੰਗਤ ਵੇਖੇ ਸਾਰੀ। ਸਫਲ ਜਨਮ ਦਾ ਸਫਰ ਮੁਕਾ ਕੇ, ਸਫਲ ਜਨਮ ਦਾ ਸਫਰ ਮੁਕਾ, ਜੋਗੀ ਤੁਰਿਆ ਵਾਹੋ ਦਾਹੀ। ਦੁੱਖ ਵਿਛੋੜਾ ਸਹਿ ਨਾ ਹੋਇਆ, ਸੰਗਤਾਂ ਰੋਈਆਂ ਤਾਹੀਂ। ਬੁਲਬਰ ਹੈ ਪਟਨ ਸ਼ਹਿਰ ਵਿੱਚੋਂ, ਸੱਚਖੰਡ ਤੁਰਿਆ ਜਦ ਮਾਹੀ। ਦੁੱਖ ਵਿਛੋੜਾ ਸਹਿ ਨਾ ਹੋਇਆ, ਸੰਗਤਾਂ ਰੋਈਆਂ ਤਾਹੀਂ। ਦੁੱਖ ਵਿਛੋੜਾ ਸਹਿ ਨਾ ਹੋਇਆ, ਸੰਗਤਾਂ ਰੋਈਆਂ ਤਾਹੀਂ। ਰਾੜੇ ਵਾਲਾ ਖਬਰ ਸੁਣ ਕੇ ਰਾੜਾ ਸਾਹਿਬ ਵਿੱਚ ਆਇਆ, ਹਰ ਇੱਕ ਅੱਖ ਵਿੱਚ ਨੀਰ ਵੇਖ ਕੇ ਉਹ ਵੀ ਸੀ ਮੁਰਝਾਇਆ। ਰਾੜੇ ਵਾਲਾ ਖਬਰ ਸੁਣ ਕੇ ਰਾੜਾ ਸਾਹਿਬ ਵਿੱਚ ਆਇਆ, ਹਰ ਇੱਕ ਅੱਖ ਵਿੱਚ ਨੀਰ ਵੇਖ ਕੇ ਉਹ ਵੀ ਸੀ ਮੁਰਝਾਇਆ। ਹਰ ਇੱਕ ਅੱਖ ਦੇ ਮੋਤੀ ਵਿੱਚੋਂ, ਹਰ ਇੱਕ ਅੱਖ ਦੇ ਮੋਤੀ ਵਿੱਚੋਂ ਡਿੱਗਦੀ ਪ੍ਰੇਮ ਸੁਰਾਹੀ। ਦੁੱਖ ਵਿਛੋੜਾ ਸਹਿ ਨਾ ਹੋਇਆ, ਸੰਗਤਾਂ ਰੋਈਆਂ ਤਾਹੀਂ। ਬੁਲਬਰ ਹੈ ਪਟਨ ਸ਼ਹਿਰ ਵਿੱਚੋਂ, ਸੱਚਖੰਡ ਤੁਰਿਆ ਜਦ ਮਾਹੀ। ਦੁੱਖ ਵਿਛੋੜਾ ਸਹਿ ਨਾ ਹੋਇਆ, ਸੰਗਤਾਂ ਰੋਈਆਂ ਤਾਹੀਂ। ਦੁੱਖ ਵਿਛੋੜਾ ਸਹਿ ਨਾ ਹੋਇਆ, ਸੰਗਤਾਂ ਰੋਈਆਂ ਤਾਹੀਂ। ਵਾਹਿਗੁਰੂ। ਇਉਂ ਆਪ ਜੀ ਨੇ ਸਮਾਧੀ ਵਿੱਚ ਬੈਠੇ ਬੈਠੇ ਆਪਣੇ ਸਰੀਰ ਦਾ ਪਰਿਤਿਆਗ ਕਰ ਦਿੱਤਾ। ਸੰਗਤਾਂ ਤਾਂ ਹੀ ਰੋਈਆਂ, ਪਰ ਬਸ ਕੁਛ ਚੱਲਦਾ ਨਹੀਂ, ਕਿਉਂਕਿ ਪਰਮੇਸ਼ਰ ਦੇ ਪਿਆਰੇ ਜਿਹੜੇ ਪ੍ਰਭੂ ਦੇ ਹੁਕਮ ਵਿੱਚ ਆਉਂਦੇ ਨੇ ਤੇ ਪ੍ਰਭੂ ਦੇ ਹੁਕਮ ਵਿੱਚ ਚਲੇ ਜਾਂਦੇ ਨੇ। ਤਾਂ ਜ਼ਿੰਦਗੀ ਕੀਰਤਨ ਕੀਤਾ, ਸੰਗਤ ਨੂੰ ਜੋੜਿਆ ਅਕਾਲ ਪੁਰਖ ਦੇ ਨਾਲ। ਸੋ ਆਓ ਉਹਨਾਂ ਮਹਾਂਪੁਰਖਾਂ ਦੀ ਆਪਾਂ ਸਾਲਾਨਾ ਬਰਸੀ ਮਨਾ ਰਹੇ ਹਾਂ, ਤੇ ਅਗਲਾ ਸਮਾਂ ਵੀ ਜਿਹੜਾ ਇਸੇ ਤਰ੍ਹਾਂ ਦੇ ਨਾਲ ਆਪ ਜੀ ਨੇ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਨੇ ਨੇ। ਅੰਤ ਵਿੱਚ ਸਮੂਹ ਸੰਗਤਾਂ ਦਾ ਔਰ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ। ਸਰਦਾਰ ਇੰਦਰਜੀਤ ਸਿੰਘ ਜੀ ਦੁਹੇਲੇ, ਪ੍ਰਿਤਪਾਲ ਸਿੰਘ ਜੀ ਦੁਹੇਲੇ, ਬਲਦੀਪ ਸਿੰਘ ਜੀ ਜੋ ਸੇਵਾ ਸਟੇਜ ਸਕੱਤਰ ਜੀ ਨਿਭਾ ਰਹੇ ਹਨ, ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਔਰ ਇਸੇ ਤਰ੍ਹਾਂ ਦੇ ਨਾਲ ਮਹਾਂਪੁਰਖਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਸਤਿਗੁਰੂ ਮਹਾਰਾਜ ਬਲ ਬਖਸ਼ਿਸ਼ ਕਰਨ। ਸੋ ਮਹਾਂਪੁਰਖ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਵੱਲੋਂ ਜੀ ਹਾਜ਼ਰੀ ਹੈ ਆਪ ਜੀ ਦੇ ਚਰਨਾਂ ਵਿੱਚ, ਕਿਉਂਕਿ ਹਰ ਸਾਲ ਇੱਥੇ ਸੇਵਾ ਕਰਦੇ ਨੇ। ਸੋ ਇਸ ਵਾਰ ਆਪ ਜੀ ਕਰੋਨਾ ਵਾਇਰਸ ਕਰਕੇ ਨਹੀਂ ਆ ਸਕੇ, ਸੋ ਮਹਾਰਾਜ ਜੀ ਉਹਨਾਂ ਦੀ ਹਾਜ਼ਰੀ ਵੀ ਇੱਥੇ ਕਬੂਲ ਕਰਨ ਜੀ। ਪਿਆਰ ਵਿੱਚ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।